ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਅੱਜ ਆਪਾਂ ਤੁਹਾਡੇ ਲਈ 33 ਨੰਬਰ ਟੈਸਟ ਦਾ ਪਹਿਲਾ ਪਾਰਟ ਲੈ ਕੇ ਆਏ ਹਾਂ ਤੇ ਕਰਦੇ ਹਾਂ ਜੀ ਸਟਾਰਟ ਬਿਨਾਂ ਕਿਸੇ ਦੇਰੀ ਤੋਂ। ਫਸਟ ਕੁਐਸਚਨ ਹੈ ਜੀ ਸਾਡੇ ਕੋਲ, ਇਨ ਐਨ ਐਂਟਰੀ ਲੇਨ ਟੂ ਆ ਟੂਲ ਬੂਥ, ਕਿ ਇੱਕ ਟੂਲ ਬੂਥ ਦੇ ਵਿੱਚ ਜਿਹੜੀ ਲੇਨ ਬਣੀ ਹੋਈ ਹੈ ਐਂਟਰ ਕਰਨ ਦੇ ਲਈ, ਉੱਥੇ ਦਿਸ ਸਿਗਨਲ ਰਿਕੁਆਇਰਸ, ਜਿਹੜਾ ਇਹ ਸਿਗਨਲ ਆ ਉਹ ਤੁਹਾਨੂੰ ਜ਼ਰੂਰੀ ਕਰ ਦਿੰਦਾ ਹੈ ਦੋਜ਼ ਹੂ ਟਰੈਵਲ ਥਰੂ ਇਟ, ਜਿਹੜੇ ਕਿ ਇਹਦੇ ਥਰੂ ਟਰੈਵਲ ਕਰਦੇ ਆ, ਕੀ ਕਰ ਦਿੰਦਾ ਹੈ। ਆਪਸ਼ਨ ਇਹਦੇ ਵਿੱਚ ਕਹਿ ਰਿਹਾ ਪੇ ਐਕਸਕਲੂਸਿਵਲੀ ਬਾਈ ਡਾਇਨਾਮਿਕ ਟੋਲ ਸਿਸਟਮ ਔਰ ਇਲੈਕਟ੍ਰੋਨਿਕ ਟੋਲ, ਬੀ ਹੈਗਾ ਪੇ ਬਾਈ ਇਲੈਕਟ੍ਰੋਨਿਕ ਟੋਲ ਸਿਸਟਮ ਔਰ ਅਦਰ ਮੀਨਸ, ਤੇ ਸੀ ਹੈ ਜੀ ਯੂਜ਼ ਇਟ ਈਵਨ ਇਫ ਦਾ ਵਹੀਕਲ ਇਜ਼ ਨੋਟ ਇਕੁਇਪਡ ਵਿਦ ਆ ਵਰਕਿੰਗ ਇਲੈਕਟ੍ਰੋਨਿਕ ਟੋਲ ਸਿਸਟਮ। ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ, ਕਿ ਅਗਰ ਅਸੀਂ ਇਹ ਸਾਈਨ ਦੇਖਦੇ ਹਾਂ ਤਾਂ ਸਾਨੂੰ ਜਿਹੜਾ ਟੋਲ ਹੈ ਉਹ ਪੇ ਕਰਨਾ ਪਏਗਾ ਐਕਸਕਲੂਸਿਵਲੀ ਬਾਈ ਡਾਇਨਾਮਿਕ ਟੋਲ ਸਿਸਟਮ ਔਰ ਇਲੈਕਟ੍ਰੋਨਿਕ ਟੋਲ, ਮਤਲਬ ਕਿ ਅਸੀਂ ਸਿਰਫ ਅਤੇ ਸਿਰਫ ਜਿਹੜੇ ਇਲੈਕਟ੍ਰੋਨਿਕ ਵੇਜ਼ ਹੈਗੇ ਆ ਪੇਮੈਂਟ ਦੇ, ਸਿਰਫ ਉਹਨਾਂ ਨੂੰ ਵਰਤ ਸਕਦੇ ਹਾਂ। ਅਸੀਂ ਕੈਸ਼ ਜਾਂ ਕੁਆਇਨਸ ਵਗੈਰਾ ਨਹੀਂ ਪੇ ਕਰ ਸਕਦੇ ਜਾਂ ਹੋਰ ਤਰੀਕੇ ਨਾਲ ਆਪਣੀ ਪੇਮੈਂਟ ਟੋਲ ਟੈਕਸ ਦੀ ਨਹੀਂ ਕਰ ਸਕਦੇ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 2 ਨੰਬਰ, ਕੈਨ ਆ ਮੋਟਰਸਾਈਕਲ ਡਰਾਈਵ ਡਾਊਨ ਆ ਰੋਡ ਮਾਰਕਡ ਵਿਦ ਦਿਸ ਟ੍ਰੈਫਿਕ ਸਾਈਨ, ਕਿ ਕੀ ਇੱਕ ਮੋਟਰਸਾਈਕਲ ਡਰਾਈਵ ਕਰ ਸਕਦਾ ਹੈ ਇੱਕ ਰੋਡ ਦੇ ਉੱਪਰ ਜਿੱਥੇ ਕਿ ਇਹ ਮਾਰਕ ਲੱਗਿਆ ਹੋਇਆ, ਇਹ ਸਾਈਨ ਲੱਗਾ ਹੋਇਆ ਟ੍ਰੈਫਿਕ ਦਾ ਉੱਥੇ। ਠੀਕ ਹੈ ਜੀ, ਆਪਸ਼ਨ ਇਹਦੇ ਵਿੱਚ ਕਹਿੰਦਾ ਨੋ ਬਿਕੋਜ਼ ਇਟ ਇਜ਼ ਆ ਰੋਡ ਦੈਟ ਇਜ਼ ਓਨਲੀ ਫॉर ਮੋਪੇਡਸ, ਬੀ ਹੈਗਾ ਯੈਸ ਇਫ ਇਟ ਇਜ਼ ਅ ਮੋਟਰਸਾਈਕਲ ਵਿਦ ਅ ਸਾਈਡ ਕਾਰ, ਤੇ ਸੀ ਹੈ ਜੀ ਯੈਸ ਬਿਕੋਜ਼ ਇਟ ਇਜ਼ ਅ ਰੋਡ ਫॉर ਟੂ ਵੀਲਡ ਵਹੀਕਲਸ। ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ, ਕਿ ਨਹੀਂ ਮੋਟਰਸਾਈਕਲ ਇੱਥੇ ਨਹੀਂ ਡਰਾਈਵ ਕਰ ਸਕਦਾ ਬਿਕੋਜ਼, ਕਿਉਂਕਿ ਇਟ ਇਜ਼ ਅ ਰੋਡ ਦੈਟ ਇਜ਼ ਓਨਲੀ ਫॉर ਮੋਪੇਡਸ, ਕਿ ਇੱਕ ਰੋਡ ਹੈ ਜਿਹੜਾ ਕਿ ਸਿਰਫ ਅਤੇ ਸਿਰਫ ਮੋਪੇਡ ਦੇ ਲਈ ਵਰਤਿਆ ਜਾਂਦਾ ਹੈ। ਇਹ ਸਾਈਨ ਆਪਾਂ ਨੂੰ ਕਾਫੀਆਂ ਨੂੰ ਭੁਲੇਖਾ ਪਾਉਂਦਾ ਹੈ, ਇਹ ਧਿਆਨ ਰੱਖਣਾ। ਦੇਖਣ ਨੂੰ ਤਾਂ ਆਪਾਂ ਨੂੰ ਲੱਗ ਰਿਹਾ ਕਿ ਸਾਈਕਲ ਆ, ਠੀਕ ਆ, ਲੇਕਿਨ ਸਾਈਕਲ ਦਾ ਸਾਈਨ ਥੋੜ੍ਹਾ ਡਿਫਰੈਂਟ ਆ। ਆਪਾਂ ਜਿਵੇਂ ਪੰਜਾਬੀ 'ਚ ਬੋਲਦੇ ਨੇ ਮਰਗਾੜ, ਉਹ ਜਿਵੇਂ ਇਹਦੇ ਮਰਗਾੜ ਲੱਗੇ ਹੋਏ ਆ, ਤਾਂ ਸਾਨੂੰ ਥੋੜ੍ਹਾ ਆਈਡੀਆ ਲਗਾਉਣਾ ਚਾਹੀਦਾ ਕਿ ਸਾਈਕਲ ਦੇ ਉੱਪਰ ਅਗਰ ਮਰਗਾੜ ਲੱਗੇ ਹੋਏ ਤਾਂ ਉਹ ਮੋਪੇਡ ਦਾ ਸਾਈਨ ਹੈਗਾ। ਥੋੜ੍ਹਾ ਜਿਹਾ ਇਸ ਤਰੀਕੇ ਨਾਲ ਤੁਸੀਂ ਯਾਦ ਰੱਖ ਸਕਦੇ ਹੋ, ਜਦ ਕਿ ਦੇਖਣ ਨੂੰ ਮੋਪੇਡ ਤਾਂ ਲੱਗ ਨਹੀਂ ਰਹੀ, ਲੇਕਿਨ ਇਹ ਸਾਈਨ ਆ ਤਾਂ ਸਾਨੂੰ ਇੱਦਾਂ ਹੀ ਯਾਦ ਕਰਨਾ ਪਏਗਾ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 3 ਨੰਬਰ, ਹੂ ਇਜ਼ ਰਿਸਪੋਂਸੀਬਲ ਫॉर ਐਨੀ ਟ੍ਰੈਫਿਕ ਵਾਇਲੇਸ਼ਨ ਦੈਟ ਆਰ ਕਮਿਟਡ, ਕਿ ਜਿਹੜੀਆਂ ਵੀ ਟ੍ਰੈਫਿਕ ਦੀ ਉਲੰਘਣਾ ਕੀਤੀ ਗਈ ਹੈ ਉਹਦੇ ਲਈ ਕੌਣ ਰਿਸਪੋਂਸੀਬਲ ਆ, ਉਹਦੇ ਲਈ ਕਿਹਦੀ ਜ਼ਿੰਮੇਵਾਰੀ ਬਣਦੀ ਹੈਗੀ ਹੈ। ਠੀਕ ਹੈ ਜੀ, ਆਪਸ਼ਨ ਇਹਦੇ ਵਿੱਚ ਕਹਿ ਰਿਹਾ ਦਾ ਡਰਾਈਵਰ, ਐਂਡ ਇਫ ਦੇ ਆਰ ਅ ਮਾਈਨਰ ਦਾ ਪੇਰੈਂਟਸ ਔਰ ਦਾ ਲੀਗਲ ਗਾਰਡੀਅਨਸ, ਬੀ ਹੈਗਾ ਆਲਵੇਜ਼ ਦਾ ਡਰਾਈਵਰ ਹੂ ਕਾਜ਼ਡ ਦਾ ਇਨਫਰੈਕਸ਼ਨ, ਤੇ ਸੀ ਹੈ ਜੀ ਦਾ ਓਨਰ ਆਫ ਦਾ ਵਹੀਕਲ। ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ, ਕਿ ਡਰਾਈਵਰ ਦਾ ਡਰਾਈਵਰ ਮਤਲਬ ਕਿ ਜਿੰਨੇ ਜਿਹੜਾ ਗੱਡੀ ਚਲਾ ਰਿਹਾ ਵਾ ਉਹ ਰਿਸਪੋਂਸੀਬਲ ਆ, ਉਹਦੀ ਜ਼ਿੰਮੇਵਾਰੀ ਹੈ ਜਿਹੜੀ ਵੀ ਕੋਈ ਗਲਤੀ ਹੋਈ ਹੈ, ਕਾਨੂੰਨ ਦੀ ਉਲੰਘਣਾ ਹੋਈ ਹੈ। ਐਂਡ ਇਫ ਦੇ ਆਰ ਮਾਈਨਰ, ਔਰ ਅਗਰ ਉਹ ਮਾਈਨਰ ਹੈਗੇ ਮਤਲਬ ਕਿ 18 ਸਾਲ ਤੋਂ ਘੱਟ ਹੈਗੇ ਆ, ਤਾਂ ਦਾ ਪੇਰੈਂਟਸ ਉਹਨਾਂ ਦੇ ਮਾਂ ਪਿਓ ਔਰ ਲੀਗਲ ਗਾਰਡੀਅਨ ਜਾਂ ਫਿਰ ਜਿਹੜੇ ਉਹਨਾਂ ਨੂੰ ਸੰਭਾਲ ਰਹੇ ਆ ਬੱਚਿਆਂ ਨੂੰ ਲੀਗਲੀ ਤੌਰ 'ਤੇ, ਕਾਨੂੰਨੀ ਤੌਰ 'ਤੇ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈਗੀ ਹੈ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 4 ਨੰਬਰ, ਵੈਨ ਮਸਟ ਆ ਹੈਲਮਟ ਬੀ ਰੀਨਿਊਡ, ਕਿ ਕਦੋਂ ਇੱਕ ਹੈਲਮਟ ਹੈ ਜਿਹੜਾ ਉਹ ਰੀਨਿਊ ਕਰਾਉਣਾ ਚਾਹੀਦਾ ਜਾਂ ਫਿਰ ਕਹੋ ਕਿ ਨਵਾਂ ਲੈਣਾ ਚਾਹੀਦਾ। ਠੀਕ ਹੈ ਜੀ, ਆਪਸ਼ਨ ਏ ਹੈਗਾ ਵੈਨ ਇਟ ਸਫਰਸ ਐਨ ਇੰਪੈਕਟ ਵਿਚ ਮੇ ਹੈਵ ਡੈਮੇਜ ਇਟ, ਬੀ ਹੈਗਾ ਵੈਨ ਦਾ ਕਲਰਸ ਗੋ ਆਊਟ ਆਫ ਫੈਸ਼ਨ, ਤੇ ਸੀ ਹੈਗਾ ਔਨ ਚੇਂਜਿੰਗ ਮੋਟਰਸਾਈਕਲਸ। ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ, ਕਿ ਵੈਨ ਇਟ ਸਫਰਸ ਐਨ ਇੰਪੈਕਟ, ਕਿ ਜਦੋਂ ਹੈਲਮਟ ਹੈ ਜਿਹੜਾ ਉਹ ਸਫਰ ਕਰਦਾ ਇੱਕ ਇੰਪੈਕਟ ਤੋਂ, ਮਤਲਬ ਕਿ ਕਿਤੇ ਉਹਨੂੰ ਪ੍ਰਭਾਵ ਪੈਂਦਾ ਉਹਦੇ ਉੱਪਰ, ਜਾਂ ਉਹਨੂੰ ਕਹਿ ਲਓ ਕਿ ਉਹਦੇ 'ਤੇ ਕੋਈ ਸੱਟ ਦੇ ਲੱਗਦੀ ਹੈ, ਵਿਚ ਮੇ ਹੈਵ ਡੈਮੇਜ ਇਟ, ਜਿਹੜੀ ਕਿ ਉਹਨੂੰ ਡੈਮੇਜ ਕਰ ਦਿੰਦੀ ਹੈ, ਖ਼ਰਾਬ ਕਰ ਦਿੰਦੀ ਹੈ, ਨੁਕਸਾਨ ਪਹੁੰਚਾਉਂਦੀ ਹੈ,
ਤਾਂ ਉੱਦਾਂ ਦੇ ਹਾਲਾਤਾਂ ਵਿੱਚ ਸਾਨੂੰ ਉਹਨੂੰ ਚੇਂਜ ਕਰਨਾ ਚਾਹੀਦਾ ਹੈ। ਨੋਰਮਲੀ ਕਿੱਦਾਂ ਸਫ਼ਰ ਕਰਦਾ ਹੈਲਮਟ 'ਚ, ਕਿਵੇਂ ਤੁਹਾਡਾ ਐਕਸੀਡੈਂਟ ਹੋ ਜੇ ਕਿਤੇ ਤਾਂ ਤੁਸੀਂ ਡਿੱਗ ਜਾਓ ਤਾਂ ਉਹਦੇ ਨਾਲ ਉਹਦੇ 'ਤੇ ਇੰਪੈਕਟ ਪਏਗਾ। ਤਾਂ ਉਸ ਤਰ੍ਹਾਂ ਦੇ ਹਾਲਾਤਾਂ ਵਿੱਚ ਵੀ ਤੁਹਾਨੂੰ ਹੈਲਮਟ ਨੂੰ ਰੀਨਿਊ ਕਰਾਉਣਾ ਬਣਦਾ ਵਾ, ਨਵਾਂ ਲੈਣਾ ਬਣਦਾ ਹੈ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 5 ਨੰਬਰ, ਵਾਟ ਲਾਈਟ ਸ਼ੁੱਡ ਯੂ ਹੈਵ ਔਨ, ਕਿ ਤੁਹਾਨੂੰ ਕਿਹੜੀ ਲਾਈਟ ਔਨ ਕਰਨੀ ਚਾਹੀਦੀ ਹੈ ਵੈਨ ਡਰਾਈਵਿੰਗ ਇਨ ਆ ਵੈਲ ਲਿਟ ਟਨਲ, ਕਿ ਜਦੋਂ ਤੁਸੀਂ ਡਰਾਈਵ ਕਰਦੇ ਪਏ ਹੋ ਇੱਕ ਵੈਲ ਲਿਟ ਟਨਲ, ਮਤਲਬ ਕਿ ਰੋਸ਼ਨੀ ਬਹੁਤ ਵਧੀਆ ਹੈਗੀ ਉਹਦੇ ਵਿੱਚ, ਟਨਲ ਦੇ ਵਿੱਚ, ਆਊਟ ਆਫ ਟਾਊਨ, ਸ਼ਹਿਰ ਤੋਂ ਬਾਹਰ। ਠੀਕ ਹੈ ਜੀ। ਆਪਸ਼ਨ ਹੈਗਾ ਓਨਲੀ ਦਾ ਪਾਰਕਿੰਗ ਲਾਈਟ, ਬੀ ਹੈਗਾ ਪੋਜੀਸ਼ਨ ਲਾਈਟ ਐਂਡ ਲੋ ਬੀਮ ਹੈਡਲਾਈਟਸ, ਅਤੇ ਸੀ ਹੈਗਾ ਪਾਰਕਿੰਗ ਲਾਈਟ ਐਂਡ ਫਰੰਟ ਫੌਗ ਲਾਈਟਸ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਜੀ, ਕਿ ਸਾਨੂੰ ਪੋਜੀਸ਼ਨ ਲਾਈਟ, ਗੱਡੀ ਦੀ ਜਿਹੜੀ ਪੋਜੀਸ਼ਨ ਨੂੰ ਦੱਸਦੀਆਂ ਉਹ ਲਾਈਟਸ, ਐਂਡ ਲੋ ਬੀਮ ਹੈਡਲਾਈਟਸ, ਘੱਟ ਦੂਰੀ ਦੀਆਂ ਲਾਈਟਾਂ, ਉਹ ਸਾਨੂੰ ਔਨ ਕਰਨੀਆਂ ਚਾਹੀਦੀਆਂ ਟਨਲ ਦੇ ਅੰਦਰ। ਠੀਕ ਹੈ ਜੀ। ਇਹ ਹਮੇਸ਼ਾ ਹੀ ਹੈ ਜੀ ਕਿ ਟਨਲ ਚਾਹੇ ਸ਼ਹਿਰ ਦੇ ਅੰਦਰ ਹੋਵੇ, ਸ਼ਹਿਰ ਦੇ ਬਾਹਰ ਹੋਵੇ, ਰੋਸ਼ਨੀ ਵਿੱਚ ਵਧੀਆ ਹੋਵੇ ਚਾਹੇ ਘੱਟ ਹੋਵੇ, ਅਸੀਂ ਹਮੇਸ਼ਾ ਹੀ ਪੋਜੀਸ਼ਨ ਲਾਈਟਸ ਅਤੇ ਲੋ ਬੀਮ ਹੈਡਲਾਈਟਸ ਔਨ ਕਰਨੀਆਂ ਹੀ ਕਰਨੀਆਂ ਹੈ। ਠੀਕ ਹੈ ਜੀ। ਇਹ 100% ਕਨਫਰਮ ਹੈਗਾ, ਅਤੇ ਸਾਨੂੰ ਇਹ ਕਰਨੀਆਂ ਹੀ ਕਰਨੀਆਂ ਜਦੋਂ ਅਸੀਂ ਟਨਲ ਦੇ ਅੰਦਰ ਐਂਟਰ ਕਰਦੇ ਹੈਗੇ। ਅਤੇ ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 6 ਨੰਬਰ, ਇਫ ਯੂ ਸੀ ਦਿਸ ਸਾਈਨ ਐਟ ਦਾ ਐਂਟਰੈਂਸ ਟੂ ਅ ਰੋਡ, ਕਿ ਜਦੋਂ ਅਸੀਂ ਇੱਕ ਸਾਈਨ ਦੇਖਦੇ ਹਾਂ ਐਂਟਰੈਂਸ ਦੇ ਉੱਪਰ, ਜਦੋਂ ਅਸੀਂ ਐਂਟਰ ਕਰਨ ਲੱਗਦੇ ਹਾਂ ਇੱਕ ਰੋਡ ਦੇ ਉੱਪਰ, ਯੂ ਸ਼ੁੱਡ ਨੋ ਦੈਟ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਇਹ ਦੇਖੋ ਜੀ, ਇੱਕ ਵਾਰੀ ਆਪਣੇ ਕੋਲ ਫਿਰ ਸਾਈਨ ਆ ਗਿਆ, ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਰਕੇ ਹਟਿਆ ਸੀ, ਇਹ ਸਾਈਨ ਹੈਗਾ ਮੋਪੇਡ ਦਾ, ਹੈ ਨਾ, ਇਹ ਸਾਈਨ ਫਿਰ ਆ ਗਿਆ, ਲੇਕਿਨ ਕੁਐਸਚਨ ਉਹਨੇ ਅਲੱਗ ਤਰੀਕੇ ਨਾਲ ਪੁੱਛਿਆ। ਅਤੇ ਆਪਾਂ ਆਪਸ਼ਨਸ ਦੇਖ ਲੈਂਦੇ ਹਾਂ। ਇਟ ਇਜ਼ ਫੋਰਬਿਡਨ ਫॉर ਆਲ ਯੂਜ਼ਰਸ ਹੂ ਆਰ ਨਾਟ ਮੋਪੇਡ ਡਰਾਈਵਰ, ਬੀ ਹੈਗਾ ਦਾ ਡਰਾਈਵਿੰਗ ਆਫ ਮੋਪੇਡ ਇਜ਼ ਪ੍ਰੋਹਿਬਿਟਡ, ਅਤੇ ਸੀ ਹੈਗਾ ਇਟ ਇਜ਼ ਅ ਰੋਡ ਰਿਜ਼ਰਵਡ ਫॉर ਸਾਈਕਲਸ ਐਂਡ ਮੋਪੇਡਸ। ਅਤੇ ਇਹਦਾ ਆਨਸਰ ਹੈਗਾ ਜੀ ਆਪਣੇ ਕੋਲ ਆਪਸ਼ਨ ਏ ਜੀ, ਕਿ ਇਟ ਇਜ਼ ਫੋਰਬਿਡਨ, ਕਿ ਮਨਾਹੀ ਹੈਗੀ ਹੈ ਫॉर ਆਲ ਯੂਜ਼ਰ, ਸਾਰੇ ਯੂਜ਼ਰ ਮਤਲਬ ਸਾਰੇ ਬਾਕੀ ਦੇ ਜਿਹੜੇ ਵਹੀਕਲ ਯੂਜ਼ ਕਰ ਰਹੇ ਉਹਨਾਂ ਦੇ ਲਈ, ਹੂ ਆਰ ਨਾਟ ਮੋਪੇਡ ਡਰਾਈਵਰਸ, ਜਿਹੜੇ ਕਿ ਮੋਪੇਡ ਡਰਾਈਵਰ ਨਹੀਂ ਹੈਗੇ, ਮਤਲਬ ਕਿ ਜਿਹੜੇ ਮੋਪੇਡ ਨਹੀਂ ਚਲਾ ਰਹੇ ਉਹਨਾਂ ਦੇ ਲਈ। ਆਪਣੇ ਕੋਲ ਆਪਸ਼ਨ ਵੀ ਇਹਨੇ ਅਲੱਗ ਤਰੀਕੇ ਦੇ ਦਿੱਤੇ, ਲੇਕਿਨ ਐਂਡ ਆਫ ਦਾ ਡੇ ਕੁਐਸਚਨ ਅਤੇ ਆਨਸਰ ਸੇਮ ਹੀ ਰਿਹਾ, ਕਿ ਜਿਹੜਾ ਇਹ ਸਾਈਨ ਹੈ ਇਹ ਮੋਪੇਡ ਦੇ ਡਰਾਈਵਰਾਂ ਨੂੰ ਆਗਿਆ ਦਿੰਦਾ ਚੱਲਣ ਦੀ, ਕਿ ਉਹ ਇਸ ਰੋਡ ਦੇ ਉੱਪਰ ਜਾ ਸਕਦੇ ਆ, ਔਰ ਇਸ ਤੋਂ ਬਿਨਾਂ ਇਸ ਰੋਡ ਦੇ ਉੱਪਰ ਹੋਰ ਕੋਈ ਵੀ ਵਹੀਕਲ ਨਹੀਂ ਜਾ ਸਕਦਾ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 7 ਨੰਬਰ, ਸਲੀਪੀਨੈਸ ਮੇ ਅਰਾਈਜ਼, ਕਿ ਨੀਂਦ ਜਿਹੜੀ ਹੈਗੀ ਆ, ਨੀਂਦਰਾ ਆ ਸਕਦਾ ਵਾ, ਮੇ ਅਰਾਈਜ਼ ਮਤਲਬ ਇੱਕਦਮ ਉੱਠ ਜਾਣਾ, ਇੱਕਦਮ ਆ ਜਾਣਾ, ਵਾਈਲ ਡਰਾਈਵਿੰਗ, ਜਦੋਂ ਤੁਸੀਂ ਡਰਾਈਵਿੰਗ ਕਰਦੇ ਪਏ ਹੋ, ਐਂਡ ਕਾਜ਼ ਐਨ ਐਕਸੀਡੈਂਟ, ਔਰ ਕਾਰਨ ਬਣ ਸਕਦਾ ਇੱਕ ਐਕਸੀਡੈਂਟ ਦਾ। ਠੀਕ ਹੈ। ਆਪਸ਼ਨ ਇਹਦੇ ਵਿੱਚ ਕਹਿ ਰਿਹਾ ਓਨਲੀ ਐਟ ਨਾਈਟ, ਬੀ ਹੈਗਾ ਇਫ ਦਾ ਡਰਾਈਵਰ ਹੈਜ਼ ਸਲੈਪਟ ਪੂਅਰਲੀ ਔਰ ਵੈਰੀ ਲਿਟਲ, ਅਤੇ ਸੀ ਹੈਗਾ ਓਨਲੀ ਆਫਟਰ ਈਟਿੰਗ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਜੀ, ਕਿ ਇਫ ਦਾ ਡਰਾਈਵਰ ਹੈਜ਼ ਸਲੈਪਟ ਪੂਅਰਲੀ, ਕਿ ਮਤਲਬ ਅਗਰ ਡਰਾਈਵਰ ਹੈ ਜਿਹੜਾ ਗੱਡੀ ਦਾ ਉਹ ਪੂਅਰਲੀ ਸੁੱਤਾ, ਮਤਲਬ ਕਿ ਸਹੀ ਤਰੀਕੇ ਨਾਲ ਉਹਨੂੰ ਨੀਂਦ ਨਹੀਂ ਆਈ ਰਾਤੀ, ਔਰ ਵੈਰੀ ਲਿਟਲ, ਔਰ ਜਾਂ ਫਿਰ ਬਹੁਤ ਘੱਟ ਸੁੱਤਾ ਹੈ, ਤਾਂ ਇੱਦਾਂ ਦੇ ਹਾਲਾਤਾਂ ਵਿੱਚ ਜਿਹੜੀ ਸਲੀਪੀਨੈਸ ਤੇ ਨੀਂਦਰਾ ਹੈਗਾ ਵਾ ਤੁਹਾਨੂੰ ਇੱਕਦਮ ਆ ਸਕਦਾ ਡਰਾਈਵਿੰਗ ਕਰਦੇ ਹੋਏ, ਔਰ ਐਕਸੀਡੈਂਟ ਦਾ ਕਾਰਨ ਬਣ ਸਕਦਾ ਹੈ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ, ਵਾਟ ਸ਼ੁੱਡ ਯੂ ਡੂ, ਤੁਹਾਨੂੰ ਕੀ ਕਰਨਾ ਚਾਹੀਦਾ ਹੈ ਇਫ ਯੂ ਹੈਵ ਟੂ ਸਲੋ ਡਾਊਨ, ਅਗਰ ਤੁਹਾਨੂੰ ਗੱਡੀ ਸਲੋ ਕਰਨੀ ਪਵੇ ਕੰਸਿਡਰੇਬਲੀ ਮਤਲਬ ਕਿ ਬਹੁਤ ਜ਼ਿਆਦਾ, ਬਿਕੋਜ਼ ਆਫ ਟ੍ਰੈਫਿਕ ਕੰਡੀਸ਼ਨਸ, ਕਿ ਟ੍ਰੈਫਿਕ ਦੀਆਂ ਹਾਲਾਤਾਂ ਦੇ ਕਰਕੇ। ਠੀਕ ਹੈ ਜੀ। ਆਪਸ਼ਨ ਇਹਦੇ ਵਿੱਚ ਕਹਿ ਰਿਹਾ ਮੇਕ ਸ਼ੋਰ ਦੈਟ ਇਟ ਕੈਨ ਬੀ ਪਰਫਾਰਮਡ ਸੇਫਲੀ ਐਂਡ ਸਿਗਨਲ ਇਟ ਵਿਦ ਦਾ ਬ੍ਰੇਕ ਲਾਈਟ, ਬੀ ਹੈਗਾ ਸਿਗਨਲ ਇਟ ਵਿਦ ਪਾਰਕਿੰਗ ਲਾਈਟ, ਅਤੇ ਸੀ ਹੈ ਬ੍ਰੇਕ ਸਡਨਲੀ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ, ਕਿ ਮੇਕ ਸ਼ੋਰ, ਕਿ ਅਸੀਂ ਮਤਲਬ ਠੀਕ ਹੈ ਗੱਡੀ ਇੱਕਦਮ ਸਲੋ ਕਰਦੇ ਪਏ ਹਾਂ, ਲੇਕਿਨ ਮੇਕ ਸ਼ੋਰ ਅਸੀਂ ਪੱਕਾ ਕਰੀਏ ਕਿ ਇਟ ਕੈਨ ਬੀ ਪਰਫਾਰਮਡ ਸੇਫਲੀ, ਕਿ ਅਸੀਂ ਇਹ ਜਿਹੜੀ ਚੀਜ਼ ਕਰਦੇ ਪਏ ਹਾਂ ਪਰਫਾਰਮ ਸੁਰੱਖਿਅਤ ਤਰੀਕੇ ਨਾਲ, ਐਂਡ ਸਿਗਨਲ ਇਟ, ਔਰ ਸਾਨੂੰ ਸਿਗਨਲ ਕਰਨਾ ਚਾਹੀਦਾ ਇਹਨੂੰ
ਵਿਦ ਦਾ ਬ੍ਰੇਕ ਲਾਈਟ, ਬ੍ਰੇਕ ਦੀਆਂ ਲਾਈਟਾਂ ਜਿਹੜੀਆਂ ਹੁੰਦੀਆਂ ਵਾ ਉਹਨਾਂ ਦੇ ਨਾਲ ਸਾਨੂੰ ਇਹਨੂੰ ਸਿਗਨਲ ਕਰਨਾ ਚਾਹੀਦਾ। ਠੀਕ ਹੈ ਜੀ, ਤਾਂ ਕਿ ਜਿਹੜਾ ਪਿੱਛੇ ਕੋਈ ਬੰਦਾ ਆ ਰਿਹਾ ਉਹਨੂੰ ਪਤਾ ਲੱਗ ਜੇ ਕਿ ਬੰਦਾ ਇੱਕਦਮ ਸਲੋ ਕਰਨ ਜਾ ਰਿਹਾ ਗੱਡੀ ਨੂੰ, ਅਤੇ ਜਦੋਂ ਬ੍ਰੇਕ ਦੀਆਂ ਲਾਈਟਾਂ ਜਗਣਗੀਆਂ ਤਾਂ ਉਹਨੂੰ ਪਤਾ ਲੱਗ ਜਾਏ ਕਿ ਹੁਣ ਮੈਨੂੰ ਵੀ ਸਲੋ ਕਰ ਲੈਣੀ ਚਾਹੀਦੀ ਗੱਡੀ, ਕਿਉਂਕਿ ਅੱਗੇ ਵਾਲੀ ਗੱਡੀ ਸਲੋ ਹੋਣ ਜਾ ਰਹੀ ਹੈ ਬਹੁਤ ਜ਼ਿਆਦਾ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਂਸਰ ਹੋ ਗਿਆ ਜੀ ਆਪਸ਼ਨ ਏ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 9 ਨੰਬਰ, ਕੈਨ ਆ ਕਾਰ ਹੈਵ ਓਨਲੀ ਅ ਲੈਫਟ ਸਾਈਡ ਮਿਰਰ, ਕਿ ਕੀ ਇੱਕ ਕਾਰ ਸਿਰਫ ਅਤੇ ਸਿਰਫ ਖੱਬੇ ਹੱਥ ਵਾਲਾ ਸ਼ੀਸ਼ਾ ਐਂਡ ਦਾ ਇਨਸਾਈਡ ਰੀਅਰ ਵਿਊ ਮਿਰਰ, ਔਰ ਅੰਦਰ ਜਿਹੜਾ ਰੀਅਰ ਵਿਊ ਮਿਰਰ ਮਤਲਬ ਪਿੱਛੇ ਦੇਖਣ ਵਾਲਾ ਸ਼ੀਸ਼ਾ ਹੁੰਦਾ ਉਹਦੇ ਨਾਲ, ਕਿ ਕੀ ਇੱਕ ਕਾਰ ਦਾ ਸਿਰਫ ਖੱਬੇ ਹੱਥ ਵਾਲਾ ਸ਼ੀਸ਼ਾ ਅਤੇ ਇੱਕ ਇਨਸਾਈਡ ਰੀਅਰ ਮਿਰਰ ਹੋ ਸਕਦਾ ਵਾ। ਆਪਸ਼ਨ ਏ ਕਹਿੰਦਾ ਨੋ, ਇਟ ਆਲਸੋ ਨੀਡਸ ਦਾ ਰਾਈਟ ਆਊਟਸਾਈਡ ਮਿਰਰ। ਬੀ ਹੈਗਾ ਯੈਸ, ਅਤੇ ਸੀ ਹੈ ਨੋ, ਓਨਲੀ ਦਾ ਇਨਸਾਈਡ ਰੀਅਰ ਵਿਊ ਮਿਰਰ ਐਂਡ ਦਾ ਰਾਈਟ ਸਾਈਡ ਮਿਰਰ ਆਰ ਰਿਕਵਾਇਰਡ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਜੀ, ਕਿ ਹਾਂ ਸਿਰਫ ਖੱਬੇ ਹੱਥ ਵਾਲਾ ਸ਼ੀਸ਼ਾ ਜੋ ਕਿ ਹਮੇਸ਼ਾ ਹੀ ਮੈਂਡੇਟਰੀ ਹੈ, ਹਮੇਸ਼ਾ ਹੀ ਜ਼ਰੂਰੀ ਹੈ, ਔਰ ਇੱਕ ਅੰਦਰ ਵਾਲਾ ਸ਼ੀਸ਼ਾ ਜਿਸ 'ਚ ਕਿ ਅਸੀਂ ਪਿੱਛੇ ਵਾਲਾ ਹਿੱਸਾ ਦੇਖ ਸਕੀਏ, ਉਹਦੇ ਨਾਲ ਵੀ ਗੱਡੀ ਚੱਲ ਸਕਦੀ ਹੈ। ਠੀਕ ਹੈ ਜੀ, ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 10 ਨੰਬਰ, ਸ਼ੁੱਡ ਯੂ ਸਟਾਪ ਟੂ ਹੈਲਪ ਇਨ ਕੇਸ ਆਫ ਐਨ ਐਕਸੀਡੈਂਟ, ਕਿ ਕੀ ਤੁਹਾਨੂੰ ਰੁਕਣਾ ਚਾਹੀਦਾ ਹੈ ਇਨ ਕੇਸ ਮਤਲਬ ਕਿ ਅਗਰ ਐਕਸੀਡੈਂਟ ਹੋ ਗਿਆ ਵਾ ਕਿਤੇ। ਠੀਕ ਹੈ ਜੀ, ਆਪਸ਼ਨ ਏ ਹੈਗਾ ਯੈਸ, ਵੈਨ ਕੋਲਾਬੋਰੇਸ਼ਨ ਇਜ਼ ਨੈਸੈਸਰੀ ਐਂਡ ਦੇਰ ਆਰ ਨੋ ਟ੍ਰੈਫਿਕ ਏਜੰਟਸ। ਬੀ ਹੈਗਾ ਯੈਸ, ਯੂ ਸ਼ੁੱਡ ਆਲਵੇਜ਼ ਸਟਾਪ ਇਨ ਕੇਸ ਯੂ ਨੀਡ ਟੂ ਹੈਲਪ, ਅਤੇ ਸੀ ਹੈ ਓਨਲੀ ਵੈਨ ਯੂ ਆਰ ਇਨਵੋਲਵਡ ਇਨ ਦਾ ਐਕਸੀਡੈਂਟ ਜੀ। ਅਤੇ ਇਹਦਾ ਆਨਸਰ ਹੈਗਾ ਸਾਡੇ ਕੋਲ ਆਪਸ਼ਨ ਏ ਜੀ, ਕਿ ਹਾਂ ਸਾਨੂੰ ਰੁਕਣਾ ਚਾਹੀਦਾ ਹੈਲਪ ਕਰਨੀ ਵਾਸਤੇ ਵੈਨ ਕੋਲੈਬੋਰੇਸ਼ਨ ਇਜ਼ ਨੈਸੈਸਰੀ। ਕੋਲੈਬੋਰੇਸ਼ਨ ਮਤਲਬ ਕਿ ਅਸੀਂ ਇੱਕ ਹੋਰ ਕਿਸੇ ਦੇ ਨਾਲ ਰਲ ਕੇ ਜਾਂ ਜਿੰਨੇ ਵੀ ਉੱਥੇ ਬੰਦੇ ਹੋਣਗੇ 3-4 ਦੇ ਨਾਲ ਰਲ ਕੇ ਪਲਾਨ ਕਰੀਏ, ਅਤੇ ਜਦੋਂ ਇਸ ਤਰ੍ਹਾਂ ਦੀ ਜ਼ਰੂਰਤ ਹੋਵੇ ਕਿ ਉੱਥੇ ਇੱਕ ਅੱਧਾ ਬੰਦਾ ਹੋਵੇ ਔਰ ਤੁਹਾਨੂੰ ਲੱਗੇ ਕਿ ਉਹ ਇੱਕ ਬੰਦਾ ਕਾਫੀ ਨਹੀਂ ਹੋਣਾ, ਤਾਂ ਤੁਸੀਂ ਉਹਨੂੰ ਹੈਲਪ ਕਰਨ ਵਾਸਤੇ ਜਾਓਗੇ ਤਾਂ ਉਹਨਾਂ ਨਾਲ ਕੋਲੈਬੋਰੇਟ ਕਰਕੇ, ਜਿਵੇਂ ਮੰਨ ਲਓ ਕੋਈ ਗੱਡੀ ਦੇ ਅੰਦਰ ਫਸਿਆ ਹੋਇਆ ਉਹਨੂੰ ਕੱਢਣਾ ਵਾ, 2 ਜਾਂ 3 ਜਣੇ ਰਲ ਕੇ ਕੱਢ ਸਕਦੇ ਹੈ ਨਾ, ਤਾਂ ਇਸ ਤਰ੍ਹਾਂ ਦੀ ਚੀਜ਼ ਕਰਨਾ ਉਹਨੂੰ ਬੋਲਦੇ ਆ ਕੋਲੈਬੋਰੇਸ਼ਨ। ਐਂਡ ਦੇਰ ਆਰ ਨੋ ਟ੍ਰੈਫਿਕ ਏਜੰਟ, ਔਰ ਉੱਥੇ ਉਸ ਤੋਂ ਬਾਅਦ ਟ੍ਰੈਫਿਕ ਏਜੰਟ ਕੋਈ ਨਹੀਂ ਹੈਗਾ, ਤਾਂ ਇਹਨਾਂ ਹਾਲਾਤਾਂ 'ਚ ਸਾਨੂੰ ਰੁਕਣਾ ਚਾਹੀਦਾ ਹੈਲਪ ਕਰਨ ਦੇ ਲਈ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 11 ਨੰਬਰ, ਇਨ ਅ 5 ਸੀਟਰ ਕਾਰ, ਕਿ 5 ਸੀਟਾਂ ਵਾਲੀ ਗੱਡੀ ਹੈ, ਕਾਰ ਹੈ, ਡਰਾਈਵਰ ਇਨਕਲੂਡਡ ਆ, ਉਹਦੇ ਵਿੱਚ ਡਰਾਈਵਰ ਵੀ ਸ਼ਾਮਲ ਆ। ਹਾਊ ਮੈਨੀ ਚਿਲਡਰਨ ਕੈਨ ਟਰੈਵਲ ਇਨ ਇਟ, ਤਾਂ ਕਿੰਨੇ ਬੱਚੇ ਆ ਜਿਹੜੇ ਉਹਦੇ ਵਿੱਚ ਟਰੈਵਲ ਕਰ ਸਕਦੇ ਆ ਉਸ ਤੋਂ ਬਾਅਦ। ਆਪਸ਼ਨ ਹੈ ਜੀ 5 ਚਿਲਡਰਨ ਮੈਕਸੀਮਮ, ਬੀ ਹੈਗਾ 6 ਚਿਲਡਰਨ ਮੈਕਸੀਮਮ, ਅਤੇ ਸੀ ਹੈ 4 ਚਿਲਡਰਨ ਇਫ ਇਟ ਹੈਜ਼ ਅਡਾਪਟਡ ਸੇਫਟੀ ਡਿਵਾਈਸਿਸ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਸੀ ਜੀ, ਕਿ ਡਰਾਈਵਰ ਤੋਂ ਬਾਅਦ 5 ਸੀਟਰ ਗੱਡੀ ਦਾ 4 ਬੱਚੇ 4 ਚਿਲਡਰਨ, ਅਤੇ ਉਸ ਤੋਂ ਬਾਅਦ ਇਫ ਇਟ ਹੈਜ਼ ਅਡਾਪਟਡ ਸੇਫਟੀ ਡਿਵਾਈਸਿਸ, ਔਰ ਉਸ ਤੋਂ ਬਾਅਦ ਕਿ ਬੱਚਿਆਂ ਦੇ ਬੈਠਣ ਲਈ ਜਿਹੜੀ ਸੀਟ ਹੁੰਦੀ ਹੈ ਸਪੈਸ਼ਲ, ਉਹਨੂੰ ਆਪਾਂ ਬੋਲਦੇ ਹਾਂ ਸੇਫਟੀ ਡਿਵਾਈਸ, ਅਡਾਪਟਡ ਸੇਫਟੀ ਡਿਵਾਈਸ, ਉਹ ਵੀ ਹੋਣੀ ਚਾਹੀਦੀ ਹੈ, ਤਾਂ ਉਹ ਮਤਲਬ ਜਾ ਸਕਦੇ ਆ 4 ਬੱਚੇ ਇਸ ਤਰ੍ਹਾਂ ਗੱਡੀ ਦੇ ਵਿੱਚ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ, ਡਜ਼ ਦਾ ਰੋਟੇਟਿੰਗ ਲਾਈਟ ਔਨ ਸਪੈਸ਼ਲ ਵਹੀਕਲਸ ਗਿਵ ਦੈਮ ਪ੍ਰਾਇਓਰਟੀ, ਕਿ ਜਿਹੜੀ ਗੱਡੀ ਆਪਾਂ ਦੇਖ ਰਹੇ ਹਾਂ ਫੋਟੋ ਵਿੱਚ ਵੀ, ਇਹਦੇ ਉੱਪਰ ਰੋਟੇਟਿੰਗ ਲਾਈਟ ਮਤਲਬ ਕਿ ਜਿਹੜੀ ਘੁੰਮਦੀ ਰਹਿੰਦੀ ਹੈ ਲਾਈਟ ਉਹ ਲੱਗੀ ਹੈ, ਅਤੇ ਇੱਕ ਤਰ੍ਹਾਂ ਦੇ ਸਪੈਸ਼ਲ ਵਹੀਕਲ ਹੈਗਾ, ਤਾਂ ਕੀ ਕਹਿੰਦਾ ਉਹਨਾਂ ਨੂੰ ਪਹਿਲ ਦਿੰਦੀ ਹੈ ਓਵਰ ਅਦਰ ਡਰਾਈਵਰ, ਜਿਹੜੇ ਬਾਕੀ ਦੇ ਡਰਾਈਵਰ ਹੈਗੇ ਉਹਨਾਂ ਨੂੰ ਦੇ ਮੁਕਾਬਲੇ ਇਹਨਾਂ ਨੂੰ ਪਹਿਲ ਹੈਗੀ ਆ। ਆਪਸ਼ਨ ਹੈ ਜੀ ਯੈਸ ਵੈਨ ਡਰਾਈਵਿੰਗ ਵਿਦ ਇਟ ਔਨ, ਬੀ ਹੈਗਾ ਯੈਸ ਆਲਵੇਜ਼, ਅਤੇ ਸੀ ਹੈਗਾ ਨੋ ਓਨਲੀ ਇਟ ਸਿਗਨਲਸ ਦੇਅਰ ਸਿਚੁਏਸ਼ਨ ਜੀ। ਅਤੇ ਇਹਦਾ ਆਨਸਰ ਹੈਗਾ ਆਪਣੇ ਕੋਲ ਆਪਸ਼ਨ ਸੀ ਜੀ, ਕਿ ਨਹੀਂ ਇਹਨਾਂ ਨੂੰ ਇਸ ਤਰ੍ਹਾਂ ਕੋਈ ਪਹਿਲ ਨਹੀਂ ਦਿੰਦੀ, ਇੱਦਾਂ ਦੀ ਰੋਟੇਟਿੰਗ ਲਾਈਟ ਹੈ ਜਿਹੜੀ, ਓਨਲੀ ਇਟ ਸਿਗਨਲਸ ਦੇਅਰ ਸਿਚੁਏਸ਼ਨ, ਇਹ ਸਿਰਫ ਇਹਨਾਂ ਦੀ ਜਿਹੜੀ ਸਿਚੁਏਸ਼ਨ ਆ ਵੀ ਇਹ ਹੈਗੀ ਆ ਰੋਡ ਦੇ ਉੱਪਰ, ਇਹਨਾਂ ਦੀ ਸਥਿਤੀ ਬਾਰੇ ਦੱਸਦੀ ਹੈਗੀ ਆ, ਉਹਨਾਂ ਬਾਰੇ ਸਿਗਨਲ ਦਿੰਦੀ ਹੈਗੀ ਆ, ਇਸ ਤੋਂ ਇਲਾਵਾ ਇਹਨਾਂ ਨੂੰ ਕੋਈ ਪਹਿਲ ਨਹੀਂ ਦਿੰਦੀ ਹੈਗੀ ਇਹ ਲਾਈਟ ਹੈ ਜਿਹੜੀ ਰੋਟੇਟਿੰਗ ਇਹਨਾਂ ਦੇ ਉੱਪਰ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 13 ਨੰਬਰ, ਕੈਨ ਟ੍ਰੈਫਿਕ ਆਫਿਸਰਜ਼ ਰਿਮੂਵ ਯੂਅਰ ਵਹੀਕਲ ਫਰੋਮ ਸਰਕੂਲੇਸ਼ਨ, ਕਿ ਕੀ ਜਿਹੜੇ ਟ੍ਰੈਫਿਕ ਆਫਿਸਰ ਹੁੰਦੇ ਆ ਉਹ ਤੁਹਾਡੇ ਵਹੀਕਲ ਨੂੰ ਹਟਾ ਸਕਦੇ ਆ, ਸਰਕੂਲੇਸ਼ਨ ਮਤਲਬ ਕਿ ਅੱਗੇ ਜਾਣ ਤੋਂ, ਇਫ ਯੂ ਰਿਫਿਊਜ਼ ਟੂ ਸਬਮਿਟ ਟੂ ਆ ਬ੍ਰੈਥਲਾਈਜ਼ਰ ਟੈਸਟ,
कि अगर तुसी इनकार कर दिंदे हो, रिफ्यूज़ मतलब इनकार कर दिंदे हो टू सबमिट टू अ ब्रैथलाइजर टैसट। एक ब्रैथलाइजर टैसट देਣ ਤੋਂ ब्रैथलाइजर टैसट ਕਿਹੜਾ ਹੁੰਦਾ ਹੈ, ਜਿਹੜਾ ਅਲਕੋਹਲ ਨੂੰ ਚੈੱਕ ਕਰਨ ਲਈ ਕੀਤਾ ਜਾਂਦਾ ਹੈ। ਠੀਕ ਹੈ ਜੀ। ਆਪਸ਼ਨ ਹੈਗਾ ਯੈਸ ਯੂ ਹੈਵ ਆਲਸੋ ਕਮਿਟਡ ਅ ਵਾਇਲੇਸ਼ਨ ਆਫ ਟ੍ਰੈਫਿਕ ਰੂਲਸ, ਬੀ ਹੈਗਾ ਨੋ, ਤੇ ਸੀ ਹੈਗਾ ਨੋ ਬਿਕੋਜ਼ ਦ ਟ੍ਰੈਫਿਕ ਆਫਿਸਰ ਕੈਨ ਨਾਟ ਵੈਰੀਫਾਈ ਦੈਟ ਯੂ ਆਰ ਅਬਵ ਦ ਮੈਕਸਿਮਮ ਅਲਕੋਹਲ ਲਿਮਿਟ ਇਫ ਯੂ ਰਿਫਿਊਜ਼ ਟੂ ਸਬਮਿਟ ਟੂ ਅ ਬ੍ਰੈਥਲਾਈਜ਼ਰ ਟੈਸਟ। ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ, ਕਿ ਹਾਂ ਟ੍ਰੈਫਿਕ ਆਫਿਸਰ ਸਰਕੂਲੇਸ਼ਨ ਤੋਂ ਅੱਗੇ ਜਾਣ ਤੋਂ ਗੱਡੀ ਨੂੰ ਰੋਕ ਸਕਦਾ ਹੈ। ਐਂਡ ਯੂ ਹੈਵ ਆਲਸੋ ਕਮਿਟਡ ਅ ਵਾਇਲੇਸ਼ਨ ਆਫ ਟ੍ਰੈਫਿਕ ਰੂਲਸ, ਔਰ ਤੁਸੀਂ ਜਿਹੜੇ ਟ੍ਰੈਫਿਕ ਦੇ ਨਿਯਮ ਹੈਗੇ ਆ ਉਹਨਾਂ ਦੀ ਇੱਕ ਉਲੰਘਣਾ ਵੀ ਕੀਤੀ ਹੈ। ਵਾਇਲੇਸ਼ਨ ਮਤਲਬ ਉਲੰਘਣਾ ਕਰਨਾ, ਤਾਂ ਦੋ ਚੀਜ਼ਾਂ ਤੁਸੀਂ ਕੀਤੀਆਂ, ਇਸ ਕਰਕੇ ਉਹ ਅੱਗੇ ਜਾਣ ਤੋਂ ਤੁਹਾਡੀ ਗੱਡੀ ਨੂੰ ਰੋਕ ਸਕਦਾ ਟ੍ਰੈਫਿਕ ਆਫਿਸਰ। ਠੀਕ ਹੈ ਜੀ। ਨੈਕਸਟ ਕੁਐਸਚਨ ਹੈਗਾ ਸਾਡੇ ਕੋਲ, ਆਰ ਚਿਲਡਰਨ ਸਪੈਸ਼ਲੀ ਵਲਨਰੇਬਲ ਟੂ ਐਕਸੀਡੈਂਟਸ, ਕਿ ਜਿਹੜੇ ਬੱਚੇ ਹੈਗੇ ਆ ਕੀ ਉਹ ਖਾਸ ਤੌਰ 'ਤੇ ਵਲਨਰੇਬਲ ਦਾ ਮਤਲਬ ਹੁੰਦਾ ਕਮਜ਼ੋਰ, ਜਾਂ ਫਿਰ ਸਭ ਤੋਂ ਵੱਧ ਜਿਨ੍ਹਾਂ ਨੂੰ ਨੁਕਸਾਨ ਹੋਏਗਾ ਉਹ ਹੈਗੇ ਆ ਟੂ ਐਕਸੀਡੈਂਟ, ਜਿਹੜੀਆਂ ਦੁਰਘਟਨਾਵਾਂ ਹੁੰਦੀਆਂ ਉਹਨਾਂ ਦੇ ਵਿੱਚ। ਅੱਜ ਔਨਲਾਈਨ ਕਲਾਸ ਦੇ ਵਿੱਚ ਵੀ ਇਹ ਕੁਐਸਚਨ ਆਇਆ ਸੀਗਾ, ਜਿਹੜੇ ਸਟੂਡੈਂਟ ਨੇ ਅੱਜ ਉਹ ਕਲਾਸ ਜੁਆਇਨ ਕੀਤੀ ਹੈ ਤਾਂ ਉਹਨਾਂ ਨੂੰ ਹੋਏਗਾ ਵੀ ਇਹ ਕੁਐਸਚਨ ਫਿਰ ਰਿਪੀਟ ਹੋ ਗਿਆ, ਬਟ ਚਲੋ। ਅਤੇ ਆਪਸ਼ਨ ਇਹਦੇ ਵਿੱਚ ਕਹਿ ਰਿਹਾ ਜੀ ਨੋ, ਬੀ ਹੈਗਾ ਯੈਸ ਡਿਊ ਟੂ ਦੇਅਰ ਸ਼ਾਰਟ ਸਟੈਚੂਅਰ, ਅਤੇ ਸੀ ਹੈਗਾ ਯੈਸ ਬਿਕੋਜ਼ ਦਾ ਵਹੀਕਲ ਇਜ਼ ਫਰੀਕੁਐਂਟਲੀ ਗੋਇੰਗ ਐਟ ਹਾਇਰ ਸਪੀਡ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਜੀ, ਸੌਰੀ, ਕਿ ਹਾਂ ਉਹ ਸਭ ਤੋਂ ਵੱਧ ਪੀੜਤ ਹੁੰਦੇ ਆ ਐਕਸੀਡੈਂਟ ਦੇ ਵਿੱਚ ਡਿਊ ਟੂ ਦੇਅਰ ਸ਼ਾਰਟ ਸਟੈਚੂਅਰ, ਕਿ ਜਿਹੜਾ ਉਹਨਾਂ ਦੀ ਛੋਟੀ ਹਾਈਟ ਹੈ ਉਹਦੇ ਕਰਕੇ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 15 ਨੰਬਰ, ਐਲਕੋਹਲ ਲੈਵਲ ਰੀਚਿਜ਼ ਇਟਸ ਪੀਕ, ਕਿ ਐਲਕੋਹਲ ਦਾ ਜਿਹੜਾ ਲੈਵਲ ਹੈਗਾ ਉਹ ਆਪਣੇ ਪੀਕ 'ਤੇ ਮਤਲਬ ਪਹੁੰਚ ਜਾਂਦਾ, ਮਤਲਬ ਕਿ ਸਭ ਤੋਂ ਜ਼ਿਆਦਾ ਅਸਰ ਕਰਦਾ ਵਾ ਜਿਹੜਾ ਉਹਦਾ ਨਸ਼ਾ ਹੁੰਦਾ ਹੈ। ਆਪਸ਼ਨ ਇਹਦੇ ਵਿੱਚ ਕਹਿ ਰਿਹਾ ਹੈ ਬਿਟਵੀਨ 30 ਐਂਡ 90 ਮਿੰਟਸ ਆਫਟਰ ਹੈਵਿੰਗ ਇੰਜੈਸਟਡ ਐਲਕੋਹਲ, ਬੀ ਹੈਗਾ ਇਮੀਡੀਏਟਲੀ, ਅਤੇ ਸੀ ਹੈਗਾ 5 ਆਵਰਸ ਆਫਟਰ ਹੈਵਿੰਗ ਇੰਜੈਸਟਡ ਐਲਕੋਹਲ ਜੀ। ਅਤੇ ਇਹਦਾ ਆਨਸਰ ਹੈਗਾ ਜੀ ਸਾਡੇ ਕੋਲ ਆਪਸ਼ਨ ਏ ਜੀ, ਕਿ ਬਿਟਵੀਨ 30 ਐਂਡ 90 ਮਿੰਟਸ, ਮਤਲਬ ਕਿ ਅੱਧੇ ਘੰਟੇ ਤੋਂ ਲੈ ਕੇ 1.5 ਘੰਟੇ ਦੇ ਵਿੱਚ ਜਿਹੜਾ ਟਾਈਮ ਹੁੰਦਾ ਵਾ ਜਦੋਂ ਤੁਸੀਂ ਆਫਟਰ ਹੈਵਿੰਗ ਇੰਜੈਸਟਡ ਐਲਕੋਹਲ, ਜਦੋਂ ਤੁਸੀਂ ਐਲਕੋਹਲ ਲਈ ਹੈ, ਸ਼ਰਾਬ ਲਈ ਹੈ, ਉਹ ਜਿਹੜਾ ਟਾਈਮ ਹੈ ਉਸ ਟਾਈਮ 'ਤੇ ਸਭ ਤੋਂ ਵੱਧ ਜਿਹੜਾ ਉਹਦਾ ਪ੍ਰਭਾਵ ਸਾਡੇ ਸਰੀਰ ਦੇ ਉੱਪਰ, ਸਾਡੀ ਬੋਡੀ ਦੇ ਉੱਪਰ ਪੈਂਦਾ ਹੈਗਾ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਅਤੇ ਇਸ ਦੇ ਨਾਲ ਹੀ ਆਪਾਂ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ। ਬਾਕੀ ਦੇ 15 ਕੁਐਸਚਨ ਆਪਾਂ ਅਗਲੀ ਵੀਡੀਓ 'ਚ ਕਵਰ ਕਰਾਂਗੇ। ਔਰ ਅਗਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਔਰ ਨਾਲ ਦੀ ਬੈਲ ਨੂੰ ਵੀ 2 ਟਾਈਮਸ ਪ੍ਰੈਸ ਕਰੋ, ਤਾਂ ਕਿ ਤੁਹਾਨੂੰ ਹਰ ਵਾਰੀ ਨੋਟੀਫਿਕੇਸ਼ਨ ਮਿਲਦਾ ਰਹੇ ਜਦੋਂ ਵੀ ਆਪਾਂ ਕੋਈ ਨਵੀਂ ਵੀਡੀਓ ਅਪਲੋਡ ਕਰਾਂਗੇ। ਠੀਕ ਹੈ ਜੀ, ਅਤੇ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਵਿੱਚ ਬਾਕੀ ਦੇ ਟੈਸਟ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ ਜੀ।